ਵੈਲਕਮ ਮਾਈ ਡੀਅਰ 8th ਕਲਾਸ ਸਟੂਡੈਂਟਸ। ਬੇਟਾ ਇਸ ਵੀਡੀਓ ਦੇ ਵਿੱਚ ਆਪਾਂ 11.4 ਐਕਸਰਸਾਈਜ਼ ਕਰ ਰਹੇ ਹਾਂ, ਜਿਹੜੀ ਕਿ ਬੇਸਡ ਹੈ ਵੋਲਿਊਮ ਆਇਤਨ ਤੇ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਇਹਨਾਂ ਦੋ ਸ਼ਬਦਾਂ ਦਾ, ਵੈਸੇ ਇੱਕੋ ਸ਼ਬਦ ਹੈ, ਇੱਕ ਇੰਗਲਿਸ਼ 'ਚ ਇੱਕ ਪੰਜਾਬੀ 'ਚ ਹੈ, ਇਹਦਾ ਮਤਲਬ ਜਾਣਨਾ ਜ਼ਰੂਰੀ ਹੈ। ਵੋਲਿਊਮ ਨੂੰ ਆਪਾਂ ਕਪੈਸਿਟੀ ਵੀ ਕਹਿੰਦੇ ਹਾਂ, ਸਮਰੱਥਾ ਪੰਜਾਬੀ ਦੇ ਵਿੱਚ ਕਹਿੰਦੇ ਹਾਂ। ਇਹਦਾ ਮਤਲਬ ਕੀ ਹੁੰਦਾ? ਤਾਂ ਬੇਟਾ ਤੁਸੀਂ ਦੇਖੋ ਕਿ ਜਿਵੇਂ ਤੁਹਾਡੇ ਘਰ ਦੇ ਵਿੱਚ ਕੋਈ ਗਲਾਸ ਹੈ, ਠੀਕ ਹੈ, ਤਾਂ ਉਹਨੂੰ ਆਪਣੇ ਮੰਮਾ ਜਾਂ ਪਾਪਾ ਨੂੰ ਪੁੱਛਣਾ ਕਿ ਉਹਦੇ ਵਿੱਚ ਕਿੰਨਾ ਪਾਣੀ ਜਾਂ ਦੁੱਧ ਆ ਸਕਦਾ। ਜੋ ਕਹਿਣਗੇ ਕਿ ਹਾਂਜੀ ਆਪਣੇ ਇੱਕ ਗਲਾਸ ਦੇ ਵਿੱਚ 250 ਮਿਲੀਲੀਟਰ ਦੁੱਧ ਜਿਹੜਾ ਹੈ ਉਹ ਆਉਂਦਾ, ਤਾਂ ਇਸ ਗਲਾਸ ਦੀ ਜਿਹੜੀ ਸਮਰੱਥਾ ਹੈ ਉਹ ਕਿੰਨੀ ਹੋਊਗੀ? 250 ਮਿਲੀਲੀਟਰ। ਠੀਕ ਹੈ। ਹੁਣ ਮੰਨ ਲਓ ਤੁਹਾਡੇ ਕੋਲ ਇੱਕ ਕਣਕ ਦਾ ਢੋਲ ਹੈ, ਸਿਲੰਡਰ ਆਕਾਰ ਹੈ, ਠੀਕ ਹੈ, ਅਤੇ ਉਹਦੇ ਵਿੱਚ ਕਿੰਨੀ ਕਣਕ ਆ ਸਕਦੀ ਹੈ? ਮੰਨ ਲਓ ਤੁਹਾਨੇ 5 ਕੁਇੰਟਲ ਵਾਲਾ ਲਿੱਤਾ ਹੋਇਆ, ਤਾਂ ਉਹਦੇ ਵਿੱਚ ਕਿੰਨੀ ਕਣਕ ਆ ਸਕਦੀ ਹੈ? 5 ਕੁਇੰਟਲ। ਤਾਂ ਇਹ 5 ਕੁਇੰਟਲ ਕੀ ਹੋਏਗਾ? ਉਸ ਢੋਲ ਦੀ ਸਮਰੱਥਾ, ਉਸ ਦਾ ਆਇਤਨ, ਉਸ ਦੀ ਕਪੈਸਿਟੀ। ਠੀਕ ਹੈ ਬੇਟਾ, ਇਹ ਸਮਝ ਆ ਗਿਆ ਤੁਹਾਨੂੰ? ਇੱਕ ਹੋਰ ਗੱਲ ਇਹਦੇ ਵਿੱਚ ਯਾਦ ਰੱਖਣੀ ਹੈ। ਮੰਨ ਲਓ ਤੁਹਾਡੇ ਕੋਲ ਇੱਕ ਗੋਡਾਊਨ ਹੈ ਜੋ ਕਿ ਕਿਊਬੋਇਡਲ ਸ਼ੇਪ ਦਾ, ਘਨਾਵ ਸ਼ੇਪ ਦਾ, ਠੀਕ ਹੈ, ਅਤੇ ਇਹਦੇ ਵਿੱਚ ਤੁਸੀਂ ਛੋਟੇ ਛੋਟੇ ਘਣ ਆਕਾਰ ਦੀਆਂ, ਕਿਊਬ ਆਕਾਰ ਦੇ ਡੱਬੇ ਰੱਖਣੇ ਆ, ਕਿਉਂਕਿ ਗੋਡਾਊਨ ਹੈ ਤਾਂ ਉੱਥੇ ਤੁਸੀਂ ਆਪਣਾ ਮਾਲ ਰੱਖੋਗੇ, ਬਿਜ਼ਨਸਮੈਨ ਹੋ, ਹੈ ਨਾ। ਤਾਂ ਹੁਣ ਇਹ ਜਿਹੇ ਡੱਬੇ ਇਹਦੇ ਵਿੱਚ ਕਿੰਨੇ ਰੱਖੇ ਜਾ ਸਕਦੇ ਨੇ? ਇਹਦੇ ਲਈ ਵੀ ਕਿਹੜਾ ਕੰਸੈਪਟ ਯੂਜ਼ ਹੋਊਗਾ ਬੇਟਾ ਜੀ? ਵੋਲਿਊਮ। ਠੀਕ ਹੈ, ਆਇਤਨ। ਤਾਂ ਜੇ ਆਪਾਂ ਨੂੰ ਇਹ ਹੁਣ ਪਤਾ ਲੱਗ ਗਿਆ ਤਾਂ ਐਕਸਰਸਾਈਜ਼ ਸ਼ੁਰੂ ਕਰੀਏ। 11.4 ਦੀ ਪਹਿਲੇ ਸਮ ਦੇ ਵਿੱਚ ਹੈਗਾ ਬੇਟਾ ਕਿ ਤੁਹਾਨੂੰ ਇੱਕ ਵੇਲਨਾਕਾਰ ਟੈਂਕ ਦਿੱਤਾ ਹੋਇਆ। ਕਿਸ ਸਥਿਤੀ ਵਿੱਚ ਤੁਸੀਂ ਉਸ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋਗੇ ਤੇ ਕਿਸ ਸਥਿਤੀ ਵਿੱਚ ਆਇਤਨ? Given a cylindrical tank, in which situation will you find surface area and in which situation volume? ਹੁਣ ਸਰਫੇਸ ਏਰੀਆ ਆਪਾਂ 11.3 'ਚ ਪੜ੍ਹ ਕੇ ਆਏ ਹਾਂ, ਹੈ ਨਾ। ਤਾਂ ਦੇਖੋ ਪਹਿਲੇ ਸਮ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਵੋਲਿਊਮ ਪਤਾ ਕਰਨਾ ਪਏਗਾ ਕਿ ਖੇਤਰਫਲ ਸਤ੍ਹਾ ਦਾ ਪਤਾ ਕਰਨਾ ਪਏਗਾ। ਟੂ ਫਾਈਂਡ ਹਾਊ ਮੱਚ ਇਟ ਕੈਨ ਹੋਲਡ, ਇਹ ਪਤਾ ਕਰਨਾ ਕਿ ਇਹਦੇ ਵਿੱਚ ਕਿੰਨਾ ਪਾਣੀ ਆ ਸਕਦਾ। ਦੇਖੋ ਪੰਜਾਬੀ 'ਚ ਲਿਖਿਆ ਹੋਇਆ, ਇਹ ਪਤਾ ਕਰਨ ਲਈ ਇਸ ਵਿੱਚ ਕਿੰਨਾ ਪਾਣੀ ਰੱਖਿਆ ਜਾ ਸਕਦਾ। ਤਾਂ ਆਪਾਂ ਬੇਟਾ ਕੀ ਫਾਈਂਡ ਕਰਾਂਗੇ? ਵੋਲਿਊਮ, ਆਇਤਨ। ਕਲੀਅਰ ਹੈ ਬੱਚੇ? ਪਹਿਲਾ। ਦੂਜਾ ਸਮ ਦੇਖੋ, ਨੰਬਰ ਆਫ ਸੀਮੈਂਟ ਬੈਗਸ ਰਿਕੁਆਇਰਡ ਟੂ ਪਲਾਸਟਰ ਇਟ, ਕਹਿੰਦੇ ਇਹਨੂੰ ਪਲਸਤਰ ਕਰਨਾ ਆਪਾਂ ਨੇ ਸਿਲੰਡਰ ਨੂੰ, ਅਤੇ ਉਹਦੇ ਲਈ ਸੀਮੈਂਟ ਦੀਆਂ ਕਿੰਨੀਆਂ ਬੋਰੀਆਂ ਲੱਗਣਗੀਆਂ। ਹੁਣ ਬੇਟਾ ਜਦੋਂ ਸਿਲੰਡਰ ਨੂੰ ਪਲਸਤਰ ਕਰਨਾ ਤਾਂ ਉਹਦੇ ਵਿੱਚ ਤਾਂ ਨਹੀਂ ਕੁਛ ਧਰਨਾ, ਉਹਦੇ ਆਇਤਨ ਨਾਲ ਤਾਂ ਆਪਣਾ ਕੋਈ ਕੰਸਰਨ ਨਹੀਂ। ਫਿਰ ਇਹਦਾ ਮਤਲਬ ਕਿਹਦੇ ਨਾਲ ਕੰਸਰਨ ਹੈ ਜੀ? ਸਰਫੇਸ ਏਰੀਆ ਨਾਲ, ਸਤ੍ਹਾ ਦਾ ਖੇਤਰਫਲ। ਤਾਂ ਸੈਕਿੰਡ ਸਿਚੁਏਸ਼ਨ ਦੇ ਵਿੱਚ ਆਪਾਂ ਕੀ ਫਾਈਂਡ ਕਰਨਾ ਹੈ? ਸਤ੍ਹਾ ਦਾ ਖੇਤਰਫਲ। ਥਰਡ ਦੇਖੋ, ਟੂ ਫਾਈਂਡ ਦ ਨੰਬਰ ਆਫ ਸਮੋਲਰ ਟੈਂਕਸ ਦੈਟ ਕੈਨ ਬੀ ਫਿਲਡ ਵਿਦ ਵਾਟਰ ਫਰੋਮ ਇਟ, ਇਸ ਵਿਚਲੇ ਪਾਣੀ ਨਾਲ ਭਰੇ ਜਾਣ ਵਾਲੇ ਛੋਟੇ ਟੈਂਕਾਂ ਦੀ ਸੰਖਿਆ। ਤੋ ਜਿਵੇਂ ਕਿ ਆਪਾਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਐਗਜ਼ਾਮਪਲ ਦਿੱਤੀ ਸੀ ਕਿਊਬ ਤੇ ਕਿਊਬੋਇਡ ਵਾਲੀ, ਆਪਾਂ ਛੋਟੇ ਛੋਟੇ ਕਿਊਬੋਇਡ ਵਾਲੇ ਗੋਡਾਊਨ ਦੇ ਵਿੱਚ ਰੱਖੇ ਸੀ। ਤਾਂ ਕੀ ਫਾਈਂਡ ਕਰਨ ਲਈ, ਕੀ ਐਗਜ਼ਾਮਪਲ ਦੇਣ ਲਈ ਮੈਂ ਤੁਹਾਨੂੰ ਸਮਝਾਇਆ ਸੀ? ਉਹ ਵੋਲਿਊਮ ਸਮਝਾਉਣ ਲਈ। ਤਾਂ ਇਹਦਾ ਮਤਲਬ ਇੱਥੇ ਵੀ ਆਪਾਂ ਕੀ ਪਤਾ ਕਰਨਾ ਜੀ? ਵੋਲਿਊਮ। ਠੀਕ ਹੈ, ਆਇਤਨ। ਤਾਂ ਫਸਟ ਕੁਐਸਚਨ ਸਾਰਿਆਂ ਬੱਚਿਆਂ ਨੂੰ ਕਲੀਅਰ ਹੋ ਗਿਆ। ਆਇਤਨ ਕੀ ਹੈ, ਵੋਲਿਊਮ ਕੀ ਹੈ, ਕਪੈਸਿਟੀ, ਸਮਰੱਥਾ, ਇਹ ਕੀ ਸ਼ਬਦ ਨੇ, ਸਾਰੇ ਕਲੀਅਰ ਹੋ ਗਏ। ਤਾਂ ਹੁਣ ਆਪਾਂ ਇਸ ਦਾ ਸੈਕਿੰਡ ਸਮ ਸਟਾਰਟ ਕਰਦੇ ਹਾਂ। ਇਸ ਵਿੱਚ ਕੀ ਹੈ ਦੇਖੋ ਬੇਟਾ, ਆਪਣੇ ਕੋਲੇ ਦੂਸਰੇ ਸਮ ਦੇ ਵਿੱਚ ਦੋ ਫਿਗਰਸ ਬਣਾਈਆਂ ਹੋਈਆਂ, ਦੋਨੋਂ ਸਿਲੰਡਰ ਨੇ। ਜੋ ਫਸਟ ਵਨ ਹੈ ਉਹਦਾ ਜੋ ਵਿਆਸ ਹੈ, ਇਹ ਸ਼ਕਲ ਕਹੀ ਹੋਈ ਹੈ ਨੇ, ਇਹਦਾ ਜੋ ਵਿਆਸ ਹੈ ਉਹ 7 ਸੈਂਟੀਮੀਟਰ ਹੈ, ਅਤੇ ਇਹਦੀ ਜੋ ਹਾਈਟ ਹੈ ਉਹ 14 ਸੈਂਟੀਮੀਟਰ ਹੈ। ਜੋ B ਸਿਲੰਡਰ ਬਣਾਇਆ ਹੋਇਆ ਹੈ ਉਹਦਾ ਡਾਇਆਮੀਟਰ 14 ਸੈਂਟੀਮੀਟਰ ਹੈ ਅਤੇ ਉਸਦੀ ਹਾਈਟ 7 ਸੈਂਟੀਮੀਟਰ ਹੈ। ਨਾਲ ਦੀ ਨਾਲ ਲਿਖ ਲਿਆ ਕਰੋ ਸਾਈਡ 'ਤੇ, ਠੀਕ ਹੈ। ਹੁਣ ਪੜ੍ਹਦੇ ਹਾਂ ਆਪਾਂ ਕਹਿਣਾ ਕੀ ਚਾਹੁੰਦਾ ਹੈ। ਬਿਨਾਂ ਗਣਨਾ ਕੀਤੇ ਆਪਾਂ ਦੱਸਣਾ ਹੈ ਕਿ ਇਹਨਾਂ ਦੋਨਾਂ ਵਿੱਚੋਂ ਕਿਸ ਦਾ ਆਇਤਨ ਜ਼ਿਆਦਾ ਹੈ, ਅਤੇ ਫਿਰ ਪੜਤਾਲ ਵੀ ਕਰਨੀ ਹੈ। ਦੋਨੇ ਬੇਲਣਾਂ ਦਾ ਆਇਤਨ ਪਤਾ ਕਰਦੇ ਹੋਏ ਪੜਤਾਲ ਵੀ ਕਰੋ ਵੀ ਕੀ ਤੁਹਾਨੂੰ ਜੋ ਲੱਗਿਆ ਸੀ ਉਹ ਸੱਚ ਹੈ। ਫਿਰ ਜਾਂਚ ਕਰਨਾ ਹੈ ਕਿ ਜ਼ਿਆਦਾ ਆਇਤਨ ਵਾਲੇ ਬੇਲਣ ਦੀ ਸਤ੍ਹਾ ਦਾ ਖੇਤਰਫਲ ਵੀ ਜ਼ਿਆਦਾ ਹੈ। ਦੇਖੋ ਇੰਗਲਿਸ਼ ਦੇ ਵਿੱਚ ਡਾਇਆਮੀਟਰ ਦਿੱਤੇ ਹੋਏ ਆ, ਹਾਈਟ ਗਿਵਨ ਹੈ। ਵਿਦਾਊਟ ਡੂਇੰਗ ਐਨੀ ਕੈਲਕੂਲੇਸ਼ਨ ਕੈਨ ਯੂ ਸੁਜੈਸਟ ਹੂਜ਼ ਵੋਲਿਊਮ ਇਜ਼ ਗ੍ਰੇਟਰ? ਵੈਰੀਫਾਈ ਇਟ ਬਾਈ ਫਾਈਂਡਿੰਗ ਦਾ ਵੋਲਿਊਮ ਆਫ ਬੋਥ ਦਾ ਸਿਲੰਡਰ। ਫਿਰ ਚੈੱਕ ਵੀ ਕਰਨਾ ਹੈ, ਠੀਕ ਹੈ। ਚੈੱਕ ਵੈਦਰ ਦਾ ਸਿਲੰਡਰ ਵਿਦ ਗ੍ਰੇਟਰ ਵੋਲਿਊਮ, ਜਿਹਦਾ ਵੋਲਿਊਮ ਜ਼ਿਆਦਾ ਹੈ,
ਆਲਸੋ ਹੈਜ਼ ਗ੍ਰੇਟਰ ਸਰਫੇਸ ਏਰੀਆ, ਕਹਿੰਦੇ ਜਿਹਦਾ ਵੋਲਿਊਮ ਜ਼ਿਆਦਾ ਆਇਆ ਹੈ ਕੀ ਉਹਦਾ ਸਰਫੇਸ ਏਰੀਆ ਵੀ ਜ਼ਿਆਦਾ ਆਉਂਦਾ। ਇਹਦਾ ਮਤਲਬ ਆਪਾਂ ਇਸ ਇੱਕ ਸਮ ਦੇ ਵਿੱਚ ਹੀ 4 ਸਮ ਕਰਨੇ ਨੇ। ਕਿੱਦਾਂ? ਕਿਉਂਕਿ ਜਿਹੜਾ A ਸਿਲੰਡਰ ਹੈ, B ਸਿਲੰਡਰ ਹੈ, ਉਹਦੇ ਪਹਿਲਾਂ ਵੋਲਿਊਮ ਵੀ ਕੱਢਣੇ ਨੇ, ਫਿਰ ਏਰੀਆ ਵੀ ਕੱਢਣਾ, ਪਰ ਉਸ ਤੋਂ ਪਹਿਲਾਂ ਬਿਨਾਂ ਗਣਨਾ ਕਰੇ ਦੱਸਣਾ ਵੀ ਹੈ ਵੀ ਕਿਸ ਦਾ ਆਇਤਨ ਜ਼ਿਆਦਾ ਹੈ। ਤਾਂ ਖੁਦ ਸੋਚੋ, ਪਹਿਲਾਂ 1 ਸਕਿੰਟ ਲਈ ਮੈਂ ਰੁਕਦੀ ਹਾਂ, ਸੋਚੋ ਕਿਸ ਦਾ ਵੋਲਿਊਮ ਤੁਹਾਨੂੰ ਜ਼ਿਆਦਾ ਲੱਗ ਰਿਹਾ। ਸੋਚ ਲਿਆ? ਹਾਂਜੀ, ਕਿਹਦਾ ਲੱਗ ਰਿਹਾ ਹੈ ਦੱਸੋ? ਤਾਂ B ਜਿਹੜਾ ਸਿਲੰਡਰ ਹੈ ਉਸ ਦਾ ਵੋਲਿਊਮ ਤੁਹਾਨੂੰ ਜ਼ਿਆਦਾ ਲੱਗ ਰਿਹਾ ਹੋਊਗਾ। ਕਿਉਂ? ਕਿਉਂਕਿ ਉਹ ਚੌੜਾਈ ਦੇ ਵਿੱਚ ਜ਼ਿਆਦਾ ਚੌੜਾ ਹੈ, ਜ਼ਿਆਦਾ ਖੁੱਲ੍ਹਾ ਲੱਗ ਰਿਹਾ ਹੈ। ਜੋ ਚੀਜ਼ ਖੁੱਲ੍ਹੀ ਹੁੰਦੀ ਹੈ ਉਹਦੇ ਵਿੱਚ ਜ਼ਿਆਦਾ ਚੀਜ਼ ਆ ਸਕਦੀ ਹੈ। ਆਪਾਂ ਇਸ ਆਪਣੇ ਅਨੁਭਵ ਨੂੰ, ਆਪਣੇ ਐਕਸਪੀਰੀਅੰਸ ਨੂੰ, ਆਪਣੇ ਘਰ 'ਚ ਵੀ ਆਪਾਂ ਨੂੰ ਪਤਾ ਵੀ ਜਿਹੜੀ ਚੀਜ਼ ਚੌੜੀ ਹੈ, ਚੌੜਾ ਟੱਬ ਹੈ ਜਾਂ ਛੋਟੀ ਬਾਲਟੀ ਹੈ, ਇੱਕ ਚੌੜਾ ਟੱਬ ਹੈ, ਤਾਂ ਟੱਬ ਦੇ ਵਿੱਚ ਹੀ ਜ਼ਿਆਦਾ ਪਾਣੀ ਆਊਗਾ। ਠੀਕ ਹੈ ਨਾ? ਤਾਂ ਹੁਣ ਇੱਥੇ ਆਪਾਂ ਵੈਰੀਫਾਈ, ਜਾਂਚ ਕੀਤੇ ਬਿਨਾਂ ਕਿਹਨੂੰ ਕਿਹਾ ਜੀ? B ਸਿਲੰਡਰ ਨੂੰ। ਹੁਣ ਆਪਾਂ ਨੇ ਇਹਨਾਂ ਦਾ ਜਿਹੜਾ ਵੋਲਿਊਮ ਹੈ ਉਹ ਕੱਢ ਕੇ ਵੀ ਦਿਖਾਉਣਾ। ਸਭ ਤੋਂ ਪਹਿਲੀ ਗੱਲ ਬੇਟਾ, ਜਦੋਂ ਆਪਣੇ ਕੋਲ ਡਾਇਆਮੀਟਰ ਹੋਵੇ ਤਾਂ ਰੇਡੀਅਸ ਕੱਢਣਾ ਜ਼ਰੂਰੀ ਹੁੰਦਾ। ਵਿਆਸ ਹੋਵੇ ਤਾਂ ਅਰਧ ਵਿਆਸ ਕੱਢਣਾ ਜ਼ਰੂਰੀ ਹੈ। ਅਰਧ ਵਿਆਸ ਕਿਵੇਂ ਕੱਢਦੇ ਹੁੰਦੇ ਆ? ਵਿਆਸ ਨੂੰ ਅੱਧਾ ਕਰਕੇ। ਠੀਕ ਹੈ? ਹੁਣ ਇਹਦਾ ਵੋਲਿਊਮ ਫਾਈਂਡ ਕਰਾਂਗੇ। ਵੋਲਿਊਮ ਆਫ ਸਿਲੰਡਰ A। ਸਿਲੰਡਰ ਪੰਜਾਬੀ ਦੇ ਵਿੱਚ A ਦਾ ਆਇਤਨ। ਫਾਰਮੂਲਾ ਕੀ ਹੈ ਬੱਚੇ? ਫਟਾਫਟ ਬੋਲੋ। πr²h। ਨਾਲ ਦੀ ਨਾਲ ਆਪ ਵੀ ਬੋਲਿਆ ਕਰੋ, ਫਿਰ ਤੁਹਾਨੂੰ ਹੋਰ ਜ਼ਿਆਦਾ ਪ੍ਰੈਕਟਿਸ ਹੋਏਗੀ। ਹੁਣ ਇਹਦੀ ਵੈਲਿਊਜ਼ ਭਰੋ। ਪਾਈ ਦੀ ਵੈਲਿਊ 22/7। ਆਰ ਆਪਾਂ ਕਿੰਨੀ ਫਾਈਂਡ ਕੀਤੀ ਹੈ? ਫਸਟ ਵਾਲੇ ਦੀ 7/2। ਐਚ ਕਿੰਨੀ ਹੈ? 14। ਘਟਾਓ ਪਹਿਲਾਂ ਇਹਨੂੰ। 7 ਦੇ ਟੇਬਲ 'ਤੇ 7 ਕੱਟ ਗਿਆ, 2 ਦੇ ਟੇਬਲ 'ਤੇ 22 ਕੱਟ ਗਿਆ, 2 ਦੇ ਟੇਬਲ 'ਤੇ 14 ਕੱਟ ਗਿਆ। ਠੀਕ ਹੈ? ਤਾਂ ਆਪਣੇ ਕੋਲ ਬਚਿਆ 11 × 7 × 7। ਤਾਂ ਇਹਨਾਂ ਨੂੰ ਗੁਣਾ ਕਰਾਂਗੇ। 7 7 49। 49 ਨੂੰ 11 ਨਾਲ ਗੁਣਾ ਕਰਨਾ ਤਾਂ ਇਹ ਆ ਗਿਆ ਬੇਟਾ 539 ਸੈਂਟੀਮੀਟਰ ਕਿਊਬ। ਹੁਣ ਆਪਾਂ ਕੱਢਣਾ ਹੈ ਸਿਲੰਡਰ B ਦਾ ਵੋਲਿਊਮ। ਵੋਲਿਊਮ ਆਫ ਸਿਲੰਡਰ B। ਸਿਲੰਡਰ B ਦਾ ਆਇਤਨ। ਤਾਂ ਫਾਰਮੂਲਾ ਉਹੀ ਹੈ ਬੇਟੇ, ਬਸ ਆਪਾਂ ਕੀ ਚੇਂਜ ਕੀਤਾ ਕਿ ਉਸਨੂੰ ਕੈਪੀਟਲ R ਤੇ ਕੈਪੀਟਲ H ਲਿਖ ਲਿਆ। ਕਿਉਂਕਿ 2 ਚੀਜ਼ਾਂ ਸੀ ਨਾ, ਦੋਨਾਂ 'ਚ ਆਪਾਂ ਸੇਮ R ਸੇਮ H ਨਹੀਂ ਵਰਤ ਸਕਦੇ, ਤਾਂ ਉਹਦੇ ਲਈ ਕੁਝ ਅਲੱਗ ਦਿਖਾਉਣਾ ਪਊਗਾ। ਠੀਕ ਹੈ ਜੀ? ਤਾਂ ਉਸ ਕਰਕੇ ਆਪਾਂ ਨੇ ਅਰਧ ਵਿਆਸ ਨੂੰ ਵੱਡੀ R ਕਿਹਾ ਅਤੇ ਇਸ ਦੀ ਉਚਾਈ ਨੂੰ ਵੱਡੀ H ਕਿਹਾ। ਵੈਲਿਊ ਭਰੋ। R ਇਹਦੀ 7 ਹੀ ਸੀ ਅਤੇ H ਵੀ 7 ਹੈ। 7 ਨਾਲ 1 7 ਕੱਟਿਆ ਗਿਆ, ਆਪਣੇ ਕੋਲ ਬਚਿਆ 22 × 7 × 7। ਇਹਨੂੰ ਗੁਣਾ ਕਰ ਲਓ ਬੇਟੇ, ਜੋ ਤੁਹਾਡਾ ਉੱਪਰ ਆਨਸਰ ਆਇਆ ਹੋਇਆ 1 7 ਹੀ ਕੱਟਿਆ ਨਾ, 7 7 49। ਗੁਣਾ ਕਰ ਲੈਂਦੇ ਹਾਂ। 22 ਨੂੰ 7 ਨਾਲ ਗੁਣਾ ਕਰਾਂਗੇ, 154। ਇਹਨੂੰ 7 ਨਾਲ ਗੁਣਾ ਕਰਾਂਗੇ, 7 ਚੌਕ 28 ਹਸਲ 2, 7 5 35 ਅਤੇ 2 37 ਹਸਲ 3, 7 ਤੇ 3 10। ਤਾਂ ਇਹ ਆਇਆ ਬੇਟਾ ਆਪਣੇ ਕੋਲੇ 1078 ਸੈਂਟੀਮੀਟਰ ਕਿਊਬ। ਹਾਂਜੀ, ਠੀਕ ਹੈ? ਤਾਂ ਹੁਣ ਆਪਾਂ ਇੱਥੇ ਆਪਣਾ ਰੀਜ਼ਨ ਲਿਖਾਂਗੇ ਕਿ ਹਾਂਜੀ ਅਸੀਂ ਚੈੱਕ ਕਰ ਲਿਆ B ਸਿਲੰਡਰ ਦਾ ਹੀ ਆਇਤਨ ਜਿਹੜਾ ਵੱਡਾ ਆਇਆ। ਦੇਖੋ ਪਹਿਲੇ ਦਾ ਤਾਂ 539 ਸੀਗਾ, ਦੂਸਰੇ ਦਾ 1078 ਆਇਆ। ਤਾਂ ਆਪਾਂ ਕਹਾਂਗੇ ਸਿਲੰਡਰ B ਹੈਜ਼ ਗ੍ਰੇਟਰ ਵੋਲਿਊਮ। ਪੰਜਾਬੀ 'ਚ ਲਿਖੋਗੇ ਸਿਲੰਡਰ B ਦਾ ਆਇਤਨ ਜ਼ਿਆਦਾ ਹੈ। ਹੁਣ ਆਪਾਂ ਕੱਢਣਾ ਇਹਨਾਂ ਦੋਨਾਂ ਸਿਲੰਡਰਾਂ ਦਾ ਸਰਫੇਸ ਏਰੀਆ, ਕਿਉਂਕਿ ਸਮ ਬਹੁਤ ਲੰਬਾ ਹੈ ਨਾ। ਤਾਂ ਸਰਫੇਸ ਏਰੀਆ ਆਫ ਸਿਲੰਡਰ A। ਪੰਜਾਬੀ 'ਚ ਲਿਖਾਂਗੇ ਸਿਲੰਡਰ A ਦੀ ਸਤ੍ਹਾ ਦਾ ਖੇਤਰਫਲ। ਤਾਂ ਇੱਥੇ ਆਪਾਂ ਕਿਹੜਾ ਫਾਰਮੂਲਾ ਲਗਾਵਾਂਗੇ ਬੇਟਾ? ਟੇਢੀ ਸਤ੍ਹਾ ਦਾ, 2πRH। ਤਾਂ 2 ਪਾਈ ਦੀ ਵੈਲਿਊ 22/7। ਪਹਿਲੇ ਸਿਲੰਡਰ ਦੀ R ਕਿੰਨੀ ਸੀ? 7/2 ਅਤੇ ਉਹਦੀ H ਕਿੰਨੀ ਸੀ? 14।
देखो 7 ਦੇ ਨਾਲ 7 ਕੱਟ ਗਿਆ, 2 ਦੇ ਨਾਲ 2 ਕੱਟ ਗਿਆ, ਆਪਣੇ ਕੋਲ ਬਚਿਆ 22 ਤੇ 14। ਤਾਂ 22 ਤੇ 14 ਨੂੰ ਗੁਣਾ ਕਰ ਲਓ, ਇਹ ਆ ਜਾਊਗਾ ਬੇਟਾ 308 ਸੈਂਟੀਮੀਟਰ ਸਕੁਅਰ, ਕਿਉਂਕਿ ਖੇਤਰਫਲ ਕੱਢ ਰਹੇ ਹਾਂ ਤਾਂ ਸਕੁਅਰ ਲਿਖਣਾ। ਠੀਕ ਹੈ, ਹੁਣ ਆਪਾਂ ਪਤਾ ਕਰਨਾ ਹੈ ਬੇਟਾ, ਇਹ ਰਫ ਵਰਕ ਹੈ, ਸਿਲੰਡਰ ਬੀ ਦੀ ਸਤ੍ਹਾ ਦਾ ਖੇਤਰਫਲ 2 ਪਾਈ, ਉਹਦੀ ਆਪਾਂ ਆਰ ਵੱਡੀ ਲਿੱਤੀ ਸੀ, ਐਚ ਵੱਡੀ ਲਿੱਤੀ ਸੀ, ਵੈਲਿਊਜ਼ ਭਰੋ। 2 ਗੁਣਾ 22/7 ਗੁਣਾ ਆਰ ਇਹਦੀ ਸੀਗੀ 7 ਬੇਟਾ, ਤੇ ਐਚ ਵੀ ਸੀਗੀ 7। ਠੀਕ ਹੈ, 7 ਨਾਲ 7 ਕੱਟ ਗਿਆ, 7 ਦੂਣੀ 14। ਇਹ ਤਾਂ ਉਹੀ ਗੁਣਾ ਆ ਰਹੀ ਹੈ 308 ਸੈਂਟੀਮੀਟਰ ਸਕੁਅਰ। ਠੀਕ ਹੈ, ਉਹ ਵੀ 308 ਸੈਂਟੀਮੀਟਰ ਸਕੁਅਰ ਹੈ। ਤਾਂ ਫਿਰ ਆਪਾਂ ਕੀ ਲਿਖਾਂਗੇ ਕਿ ਸਰਫੇਸ ਏਰੀਆ ਤਾਂ ਦੋਨਾਂ ਦਾ ਬਰਾਬਰ ਹੈ। ਬੋਥ ਸਿਲੰਡਰਸ A and B have the same surface area। ਦੋਨਾਂ ਸਿਲੰਡਰਾਂ ਦੀ ਸਤ੍ਹਾ ਦਾ ਖੇਤਰਫਲ ਬਰਾਬਰ ਹੈ। ਦੇਖੋ ਬੇਟਾ ਸਮ ਸਮਝ ਆਇਆ, ਲੈਂਥੀ ਸੀ, ਕਿਉਂ? ਕਿਉਂਕਿ ਆਪਾਂ ਇਹ 'ਚ ਕਾਫੀ ਕੁਝ ਪਤਾ ਕਰਨਾ ਸੀ। ਪਹਿਲਾਂ ਫਸਟ ਵਾਲੇ ਦਾ ਵੋਲੀਅਮ, ਸੈਕਿੰਡ ਵਾਲੇ ਦਾ ਵੋਲੀਅਮ, ਫਿਰ ਦੱਸਣਾ ਸੀ ਕਿਹਦਾ ਵੋਲੀਅਮ ਜ਼ਿਆਦਾ ਹੈ। ਫਸਟ ਵਾਲੇ ਦਾ ਸਰਫੇਸ ਏਰੀਆ, ਸੈਕਿੰਡ ਵਾਲੇ ਦਾ ਸਰਫੇਸ ਏਰੀਆ, ਫਿਰ ਆਪਾਂ ਦੱਸਣਾ ਸੀ ਕਿਹਦਾ ਖੇਤਰਫਲ ਜ਼ਿਆਦਾ ਜਾਂ ਘੱਟ ਹੈ, ਉਹ ਬਰਾਬਰ ਆਇਆ। ਠੀਕ ਹੈ, ਹੁਣ ਆਪਾਂ ਇਸ ਤੋਂ ਥਰਡ ਸਮ ਕਰਦੇ ਹਾਂ। ਥਰਡ ਸਮ ਹੈ ਬੇਟਾ, ਦੇਖੋ ਇੱਕ ਇਸ ਤਰ੍ਹਾਂ ਦੇ ਘਨਾਭ ਦੀ ਉਚਾਈ ਪਤਾ ਕਰੋ ਜਿਸ ਦੇ ਆਧਾਰ ਦਾ ਖੇਤਰਫਲ ਹੈ 180 ਸੈਂਟੀਮੀਟਰ ਸਕੁਅਰ ਅਤੇ ਇਸ ਦਾ ਵੋਲੀਅਮ ਹੈ 900 ਸੈਂਟੀਮੀਟਰ ਕਿਊਬ। ਤਾਂ ਦੇਖੋ ਬੇਟਾ ਇੰਗਲਿਸ਼ ਦੇ ਵਿੱਚ ਫਾਈਂਡ ਦਾ ਹਾਈਟ ਆਫ ਅ ਕਿਊਬੋਇਡ, ਤੇ ਇੱਕ ਕਿਊਬੋਇਡ ਦੀ ਆਪਾਂ ਹਾਈਟ ਫਾਈਂਡ ਕਰਨੀ ਹੈ। ਬੇਸ ਏਰੀਆ ਜਿਹੜਾ ਗਿਵਨ ਹੈ ਤੇ ਵੋਲੀਅਮ ਵੀ ਗਿਵਨ ਹੈ। ਠੀਕ ਹੈ, ਤਾਂ ਆਪਾਂ ਹੁਣ ਜੋ ਕੁਝ ਪਤਾ ਹੈ ਉਸਨੂੰ ਲਿਖਦੇ ਹਾਂ। ਥਰਡ ਕੁਐਸਚਨ, ਆਪਾਂ ਨੂੰ ਪਤਾ ਹੈ ਬੇਸ ਏਰੀਆ ਆਫ ਕਿਊਬੋਇਡ, ਘਨਾਭ ਦਾ ਆਧਾਰ ਦਾ ਖੇਤਰਫਲ ਕਿੰਨਾ ਦਿੱਤਾ ਹੋਇਆ ਬੇਟੇ? ਜੋ ਚੀਜ਼ ਦਿੱਤੀ ਹੁੰਦੀ ਹੈ ਉਸਨੂੰ ਸਾਹਮਣੇ ਹੀ ਲਿਖ ਲਿਆ ਕਰੋ। ਹੁਣ ਜੋ ਆਧਾਰ ਹੈ ਤਾਂ ਚੈੱਕ ਕਰੋ ਬੇਟਾ, ਜਦੋਂ ਤੁਸੀਂ ਇੱਕ ਕਿਊਬੋਇਡ ਬਣਾਉਂਦੇ ਹੋ ਉਸਦਾ ਆਧਾਰ ਕਿਹੜਾ ਹੈ? ਇਹ ਨੀਚੇ ਵਾਲਾ ਫਰਸ਼। ਇਹ ਨੀਚੇ ਵਾਲੇ ਫਰਸ਼ ਦੇ ਵਿੱਚ ਹੁੰਦਾ ਕੀ ਹੈ? ਇੱਕ ਲੰਬਾਈ ਹੁੰਦੀ ਹੈ ਬੇਟਾ, ਇੱਕ ਚੌੜਾਈ ਹੁੰਦੀ ਹੈ। ਤਾਂ ਉੱਥੇ ਉਚਾਈ ਤਾਂ ਹੁੰਦੀ ਨਹੀਂ, ਤਾਂ ਇਹਦਾ ਮਤਲਬ ਜੋ ਆਧਾਰ ਦਾ ਖੇਤਰਫਲ ਦੀ ਗੱਲ ਕਰ ਰਿਹਾ ਹੈ ਉਹ ਲੰਬਾਈ ਗੁਣਾ ਚੌੜਾਈ ਦੀ ਗੱਲ ਕਰ ਰਿਹਾ ਹੈ। ਇੰਨੀ ਗੱਲ ਕਲੀਅਰ ਹੋ ਗਈ ਨਾ? ਆਧਾਰ ਜੋ ਹੈ ਉਹ ਆਇਤ ਹੈ ਅਤੇ ਆਇਤ ਦਾ ਖੇਤਰਫਲ ਹੁੰਦਾ ਹੈ ਲੰਬਾਈ ਗੁਣਾ ਚੌੜਾਈ। ਤਾਂ ਇਹਨੂੰ 1 ਨੰਬਰ ਦੇ ਕੇ ਛੱਡ ਦਿਓ। ਦੂਸਰੀ ਗੱਲ ਆਪਾਂ ਨੂੰ ਦਿੱਤੀ ਹੋਈ ਸੀ ਵੋਲੀਅਮ ਆਫ ਕਿਊਬੋਇਡ, ਘਨਾਭ ਦਾ ਆਇਤਨ। ਕਿੰਨਾ ਦਿੱਤਾ ਹੋਇਆ ਸੀ ਬੇਟਾ? 900 ਸੈਂਟੀਮੀਟਰ ਕਿਊਬ। ਹੁਣ ਘਨਾਭ ਦੇ ਆਇਤਨ ਦਾ ਫਾਰਮੂਲਾ ਕੀ ਹੁੰਦਾ ਹੈ? L × B × H, ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਤਾਂ ਹੁਣ ਇੱਥੇ ਦੇਖੋ ਕਿੰਨਾ ਸਿੰਪਲ ਸਮ ਬਣ ਗਿਆ। L × B, ਇਹਦੀ ਵੈਲਿਊ 180 ਦਿੱਤੀ ਹੋਈ ਹੈ, ਤਾਂ ਆਪਣੇ ਕੋਲ ਇੱਥੇ ਵੀ L × B ਦਿਖ ਰਿਹਾ ਹੈ, ਤਾਂ ਆਪਾਂ ਉੱਪਰ ਵਾਲੀ ਵੈਲਿਊ ਇੱਥੇ ਲਿਆ ਕੇ ਭਰ ਦਾਂਗੇ। ਠੀਕ ਹੈ, ਇੱਥੇ ਆਪਾਂ ਲਿਖ ਦਾਂਗੇ 180 ਗੁਣਾ H ਹੈ ਬਰਾਬਰ ਕਿੰਨਾ ਹੈ? 900। ਇੱਥੇ ਕੀ ਲਿਖਾਂਗੇ? ਯੂਜ਼ਿੰਗ 1, 1 ਦੀ ਵਰਤੋਂ ਕਰ ਰਹੇ ਹਾਂ। ਠੀਕ ਹੈ, ਹੁਣ H ਕਿਵੇਂ ਆਊਗਾ ਬੇਟਾ? H ਆਪਣੇ ਕੋਲੇ ਸਮੀਕਰਨ ਹੱਲ ਕਰਦੇ ਹਾਂ ਤਾਂ H ਆਪਣੇ ਕੋਲੇ ਕੀ ਹੈ? ਵੇਰੀਏਬਲ ਹੈ, ਚਲ ਹੈ। ਉਹਦੇ ਨਾਲ ਵਾਲੇ ਅੱਖਰ ਨੂੰ ਆਪਾਂ ਦੂਜੇ ਪਾਸੇ ਲੈ ਕੇ ਜਾਣਾ ਹੈ, ਬਟੇ 'ਚ ਚਲਾ ਜਾਊਗਾ। ਘਟਾਓ ਬੱਚੇ ਨੂੰ, 0 ਨਾਲ 0 ਕੈਂਸਲ ਹੋ ਗਈ। 18 ਦਾ ਪਹਾੜਾ ਪੜੋ, 90 ਆਉਂਦਾ? ਹਾਂਜੀ ਆਉਂਦਾ। ਕਿੰਨੇ ਤੇ? 18 5 90। ਤਾਂ H ਕਿੰਨੀ ਆ ਜੂਗੀ? ਹਾਈਟ ਕਿੰਨੀ ਆ ਜੂਗੀ? 5 ਸੈਂਟੀਮੀਟਰ। ਠੀਕ ਹੈ, ਤੇ ਇਹ ਕੁਐਸਚਨ ਬੇਟਾ ਇੰਪੋਰਟੈਂਟ ਹੈ। ਕਲੀਅਰ ਹੈ ਜੀ? ਨੈਕਸਟ ਸਮ ਕਰਦੇ ਹਾਂ। ਨੈਕਸਟ ਸਮ ਹੈ ਬੇਟਾ, ਇਸਨੇ ਕਿਹਾ ਕਿ ਇੱਕ ਘਨਾਭ ਹੈ, ਉਸਦਾ ਮਾਪ 60 ਸੈਂਟੀਮੀਟਰ ਗੁਣਾ 54 ਸੈਂਟੀਮੀਟਰ ਗੁਣਾ 30 ਸੈਂਟੀਮੀਟਰ ਹੈ। ਇਸ ਘਨਾਭ ਦੇ ਅੰਦਰ 6 ਸੈਂਟੀਮੀਟਰ ਭੁਜਾ ਵਾਲੇ ਕਿੰਨੇ ਛੋਟੇ ਘਣ ਰੱਖੇ ਜਾ ਸਕਦੇ ਨੇ?
A cuboid of dimension 60 into 54 into 30, how many small cubes with side 6 cm can be placed in the given cuboid? ਹੁਣ ਬੇਟਾ ਆਪਣੇ ਕੋਲ ਇੱਕ ਵੱਡਾ ਜਿਹੜਾ ਹੈ ਘਨਾਵ ਹੈ, ਉਹਦੇ ਵਿੱਚ ਆਪਾਂ ਛੋਟੇ ਛੋਟੇ ਹੋਰ ਘਨਾਵ ਰੱਖਣੇ ਨੇ, ਤਾਂ ਇਹਦਾ ਮਤਲਬ ਗੱਲ ਤਾਂ ਵੋਲਿਊਮ ਦੀ ਹੋ ਰਹੀ ਹੈ। ਪਰ ਕੀ ਇਸ ਨੂੰ ਆਪਾਂ ਐਜ਼ ਇਟ ਇਜ਼ ਐਵੇਂ ਯੂਜ਼ ਕਰਾਂਗੇ, ਦੋਨਾਂ ਦਾ ਵੋਲਿਊਮ ਕੱਢਾਂਗੇ? ਨਹੀਂ ਬੇਟਾ, ਇੱਥੇ ਮੈਂ ਤੁਹਾਨੂੰ ਇੱਕ ਕਹਿ ਲਓ ਟ੍ਰਿਕ ਹੈ, ਛੋਟਾ ਫਾਰਮੂਲਾ ਹੈ, ਬਸ ਇਹਨੂੰ ਯਾਦ ਰੱਖ ਲਿਓ। 9th 10th ਦੇ ਵੀ ਤੁਹਾਡੇ ਕਈ ਸਮ ਇਹਦੇ ਨਾਲ ਸੋਲਵ ਹੋ ਜਾਣਗੇ। ਜਦੋਂ ਵੀ ਆਪਾਂ ਨੰਬਰ ਆਫ ਕਿਸੇ ਦਾ ਵੀ ਗਿਣਤੀ ਕੱਢਣੀ ਹੁੰਦੀ ਹੈ, ਨੰਬਰ ਆਫ ਕਿਊਬਸ that can be placed in given cuboid, ਦਿੱਤੇ ਘਨਾਵ ਵਿੱਚ ਰੱਖੇ ਜਾ ਸਕਣ ਵਾਲੇ ਘਣਾਂ ਦੀ ਸੰਖਿਆ। ਜਦੋਂ ਬੇਟਾ ਆਪਾਂ ਨੇ ਸੰਖਿਆ ਕੱਢਣੀ ਹੈ ਕਿਸੇ ਦੀ ਵੀ, ਤਾਂ ਉੱਥੇ ਆਪਣਾ ਇੱਕ ਫਾਰਮੂਲਾ ਤੁਸੀਂ ਯਾਦ ਰੱਖਣਾ ਹੈ ਕਿ ਜੋ ਵੱਡੀ ਚੀਜ਼ ਲੱਗ ਰਹੀ ਹੈ ਉਹਦਾ ਵੋਲਿਊਮ ਉੱਪਰ, ਤਾਂ ਇਹਦੇ ਵਿੱਚ ਬੇਟਾ ਆਪਾਂ ਨੇ ਵੱਡਾ ਜਿਹੜੀ ਚੀਜ਼ ਦਿਖ ਰਹੀ ਹੈ ਉਸਦਾ ਵੋਲਿਊਮ ਉੱਪਰ ਲਿਖਣਾ ਹੈ, ਤੇ ਜੋ ਛੋਟੀ ਚੀਜ਼ ਹੈ ਉਸਦਾ ਵੋਲਿਊਮ ਨੀਚੇ ਲਿਖਣਾ ਹੈ। ਹੁਣ ਜੋ ਆਪਣੇ ਕੋਲ ਵੱਡੀ ਚੀਜ਼ ਹੈ ਉਹਦੇ ਲੰਬਾਈ, ਚੌੜਾਈ ਤੇ ਉਚਾਈ ਤਿੰਨੋਂ ਗਿਵਨ ਹੈ, 60, 54 ਤੇ 30। ਤਾਂ ਐਲ ਬੀ ਐਚ, ਕਿਉਂਕਿ ਇਸ ਦਾ ਫਾਰਮੂਲਾ ਕੀ ਹੁੰਦਾ ਹੈ, ਐਲ ਗੁਣਾ ਬੀ ਗੁਣਾ ਐਚ, ਤੇ ਜੋ ਆਪਣੇ ਕੋਲ ਵੋਲਿਊਮ ਆਫ ਕਿਊਬ ਹੈ ਉਹ ਹੁੰਦਾ ਏ ਦੀ ਕਿਊਬ, ਜਾਂ ਕਹਿ ਸਕਦੇ ਹਾਂ ਭੁਜਾ ਦੀ 3, ਤੇ ਇਸ ਦੀ ਭੁਜਾ ਕਿੰਨੀ ਦਿੱਤੀ ਹੋਈ ਹੈ 6। ਤਾਂ ਇਹਨੂੰ ਕਟਾਵਾਂਗੇ ਬੇਟੇ, 6 ਦੇ ਨਾਲ 60 ਕੱਟ ਗਿਆ, 6 ਦੇ ਨਾਲ 54, 6 ਦੇ ਨਾਲ 30, ਤਾਂ ਆਪਣੇ ਕੋਲ ਬਚਿਆ 10 ਗੁਣਾ 9 ਗੁਣਾ 5, ਤਾਂ 9 5 45, ਨਾਲ ਆਏਗੀ 0, ਤਾਂ ਕਿੰਨੇ ਕਿਊਬਸ ਰੱਖੇ ਜਾ ਸਕਦੇ ਨੇ, 450। ਠੀਕ ਹੈ ਜੀ, ਇਹ ਪਤਾ ਲੱਗ ਗਿਆ। ਨੈਕਸਟ ਸਮ ਕਰਦੇ ਹਾਂ। ਇਸ ਵਿੱਚ ਹੈ ਇੱਕ ਇਸ ਤਰ੍ਹਾਂ ਦੇ ਬੇਲਣ ਦੀ ਉਚਾਈ ਪਤਾ ਕਰੋ ਜਿਸ ਦਾ ਆਇਤਨ 154 ਮੀਟਰ ਕਿਊਬ ਤੇ ਜਿਸ ਦੇ ਆਧਾਰ ਦਾ ਵਿਆਸ 140 ਸੈਂਟੀਮੀਟਰ ਹੈ। ਇਹਦੇ ਵਿੱਚ ਥੋੜਾ ਜਿਹਾ ਟਵਿਸਟ ਹੈ ਬੇਟਾ, ਇੱਕ ਤਾਂ ਜਿਹੜਾ ਆਇਤਨ ਹੈ ਉਹ ਮੀਟਰ ਕਿਊਬ ਦੇ ਵਿੱਚ ਦਿੱਤਾ ਹੋਇਆ, ਤੇ ਵਿਆਸ ਹੈ ਜਿਹੜਾ ਉਹ ਸੈਂਟੀਮੀਟਰਾਂ 'ਚ ਦਿੱਤਾ ਹੋਇਆ। ਠੀਕ ਹੈ, ਤਾਂ ਲਿਖੋ ਪਹਿਲਾਂ, ਡਾਇਆਮੀਟਰ ਹੈ 140 ਸੈਂਟੀਮੀਟਰ, ਤਾਂ ਰੇਡੀਅਸ ਕਿੰਨਾ ਹੋਏਗਾ, ਅੱਧਾ ਕਰਨਾ ਪਊਗਾ ਇਹਨੂੰ, 70 ਸੈਂਟੀਮੀਟਰ। ਠੀਕ ਹੈ, ਤੇ ਹੋਰ ਆਪਾਂ ਨੂੰ ਕੀ ਦਿੱਤਾ ਹੋਇਆ, ਆਇਤਨ 1.54 ਮੀਟਰ ਦੀ 3, ਆਇਤਨ ਵੋਲਿਊਮ ਕਿੰਨਾ ਗਿਵਨ ਹੈ। ਠੀਕ ਹੈ ਜੀ, ਹੁਣ ਆਪਾਂ ਕੀ ਕਰਨਾ ਹੈ, ਜਿਹੜਾ ਰੇਡੀਅਸ ਸੈਂਟੀਮੀਟਰਾਂ 'ਚ ਹੈ ਉਹਦੇ ਮੀਟਰ ਬਣਾ ਲਓ। ਸੈਂਟੀਮੀਟਰਾਂ ਦੇ ਮੀਟਰ ਬਣਾਉਣ ਲਈ ਇਸ ਨੂੰ 100 ਨਾਲ ਡਿਵਾਈਡ ਕਰੋ, 0 0 ਕੈਂਸਲ ਹੋ ਗਈ, ਆਪਣੇ ਕੋਲ ਬਣ ਗਏ 7/10 ਮੀਟਰ। ਹੁਣ ਲਿਖੋ ਵੋਲਿਊਮ ਦਾ ਫਾਰਮੂਲਾ, ਜਿਹੜੀ ਜਿਹੜੀ ਵੈਲਿਊ ਤੁਹਾਨੂੰ ਪਤਾ ਹੈ ਭਰ ਦਿਓ। ਪਾਈ ਦੀ ਵੈਲਿਊ 22/7, ਆਰ ਦੀ ਵੈਲਿਊ ਹੁਣੀ ਆਪਾਂ ਕੱਢੀ ਹੈ 7/10, ਤੇ ਐਚ ਆਪਾਂ ਫਾਈਂਡ ਕਰਨੀ ਹੈ। ਇੱਧਰੋਂ ਵੀ ਇਸ ਦਾ ਪੁਆਇੰਟ ਹਟਾ ਲਓ, 154 ਬਟੇ ਕਿੰਨਾ ਆਊਗਾ 100, ਪੁਆਇੰਟ ਦਾ 1 ਹੁੰਦਾ ਹੈ, ਪਿੱਛੇ ਜਿੰਨੇ ਅੱਖਰ ਨੇ ਉਨੀਆਂ 0। ਇੱਧਰ 7 ਦੇ ਨਾਲ ਦੇਖੋ 7 ਕੱਟ ਚੁੱਕਿਆ। ਐਚ ਜਿਹੜਾ ਵੇਰੀਏਬਲ ਹੈ ਉਹਨੂੰ ਖੱਬੇ ਪਾਸੇ ਰੱਖਾਂਗੇ, ਬਾਕੀ ਜੋ ਵੀ ਰਕਮਾਂ ਨੇ ਜੋ ਓਵਰ 'ਚ ਨੇ ਉਹ ਤਾਂ ਉੱਪਰ ਲਿਖੀਆਂ ਜਾਣਗੀਆਂ, ਜੋ ਉੱਪਰਲੇ ਪਾਸੇ ਨੇ ਉਹ ਓਵਰ 'ਚ ਲਿਖੀਆਂ ਜਾਣਗੀਆਂ। 0 ਨਾਲ 0 ਕੱਟ ਗਈ, 0 ਨਾਲ 0 ਕੱਟ ਗਈ, 7 ਦੇ ਨਾਲ ਤੁਸੀਂ 154 ਨੂੰ ਕਟਾਉਂਗੇ 22 ਆ ਜਾਏਗਾ, ਤੇ 22 ਦੇ ਨਾਲ 22 ਕੈਂਸਲ ਹੋ ਜਾਏਗਾ। ਕਿੰਨਾ ਸੌਖਾ ਸੀ ਹੈ ਨਾ ਕਟਾਣਾ ਵੀ। ਤਾਂ ਐਚ ਕਿੰਨਾ ਆ ਗਿਆ ਬੇਟਾ 1 ਮੀਟਰ। ਤਾਂ 1 ਮੀਟਰ ਨੂੰ ਆਪਾਂ ਕੀ ਲਿਖ ਸਕਦੇ ਹਾਂ, ਕਿਉਂਕਿ ਸੈਂਟੀਮੀਟਰਾਂ 'ਚ ਸੀ ਰੇਡੀਅਸ, ਤਾਂ ਆਪਾਂ ਹਾਈਟ ਵੀ ਸੈਂਟੀਮੀਟਰਾਂ 'ਚ ਦੇਵਾਂਗੇ। ਹਾਈਟ ਕਿੰਨੀ ਆ ਜਾਏਗੀ 100 ਸੈਂਟੀਮੀਟਰ। ਠੀਕ ਹੈ ਬੇਟਾ, ਇਹ ਕਲੀਅਰ ਹੋ ਗਿਆ। ਨੈਕਸਟ ਸਮ 'ਤੇ ਚੱਲਦੇ ਹਾਂ। ਨੈਕਸਟ ਸਮ ਹੈ ਬੇਟੇ, ਇੱਕ ਦੁੱਧ ਦਾ ਟੈਂਕ ਵੇਲਣ ਦੇ ਆਕਾਰ ਦਾ। ਠੀਕ ਹੈ, ਤੇ ਇਸ ਦਾ ਅਰਧ ਵਿਆਸ ਕਿੰਨਾ ਹੈ, ਆਰ ਕਿੰਨੀ ਦਿੱਤੀ ਹੋਈ ਹੈ 1.5 ਮੀਟਰ, ਤੇ ਇਸ ਦੀ ਲੰਬਾਈ ਕਿੰਨੀ ਦਿੱਤੀ ਹੋਈ ਹੈ 7 ਮੀਟਰ। ਇਸ ਟੈਂਕ ਵਿੱਚ ਭਰੇ ਜਾ ਸਕਣ ਵਾਲੇ ਦੁੱਧ ਦੀ ਮਾਤਰਾ ਲੀਟਰਾਂ 'ਚ ਪਤਾ ਕਰਨੀ ਹੈ।
A milk tank is in the form of cylinder whose radius is 1.5 and height is 7. Find the quantity of milk in liters that can be stored in the tank. ਤਾਂ ਹੁਣ ਦੇਖੋ ਜਦੋਂ ਆਪਾਂ ਦੁੱਧ ਦੀ ਮਾਤਰਾ ਪਤਾ ਕਰਨੀ ਹੈ ਤਾਂ ਇਹਦਾ ਮਤਲਬ ਵੋਲਿਊਮ ਕੱਢਣ ਦੀ ਹੋਈ ਗੱਲ ਕਹਿ ਰਿਹਾ, ਵੋਲਿਊਮ ਆਫ ਟੈਂਕ, ਟੈਂਕ ਦਾ ਆਇਤਨ ਇਹ ਹੋਊਗਾ ਪਾਈ ਆਰ ਸਕੇਅਰ ਐਚ। ਫਾਈਂਡ ਕਰ ਲਓ 22/7, ਆਰ ਦੇਖੋ ਕਿੰਨੀ ਹੈ 1.5 ਮੀਟਰ। ਇਹਨੂੰ ਆਪਾਂ ਸੈਂਟੀਮੀਟਰਾਂ ਦੇ ਵਿੱਚ ਵੀ ਕਰ ਸਕਦੇ ਹਾਂ, ਸੈਂਟੀਮੀਟਰਾਂ ਦੇ ਵਿੱਚ ਬਦਲਾਂਗੇ ਤਾਂ 1.5 ਗੁਣਾ 100 ਸੈਂਟੀਮੀਟਰ ਆ ਜਾਊਗਾ, ਤਾਂ ਇਹ ਆ ਜਾਏਗਾ ਬੇਟਾ 150 ਸੈਂਟੀਮੀਟਰ, ਅਤੇ ਇਹ ਆ ਜਾਏਗਾ ਆਪਣੇ ਕੋਲੇ 700 ਸੈਂਟੀਮੀਟਰ। ਇੱਥੇ ਆਪਾਂ ਲਿਖਾਂਗੇ ਆਰ 150 ਅਤੇ ਐਚ ਲਿਖਾਂਗੇ 700। ਮੀਟਰਾਂ 'ਚ ਵੀ ਲੈ ਸਕਦੇ ਹੋ, ਫਿਰ ਉਹ ਪੁਆਇੰਟਾਂ 'ਚ ਤੁਹਾਨੂੰ ਔਖਾ ਹੋ ਜਾਏਗਾ ਕੱਟਣਾ ਵਗੈਰਾ। ਇੱਥੇ ਆ ਗਿਆ ਜੀ 100। ਇਹਨਾਂ ਨੂੰ ਜਦੋਂ ਗੁਣਾ ਕਰੋਗੇ ਬੇਟਾ ਇਹ ਆ ਜਾਊਗਾ 4 9 5 5 0 ਇੰਨੇ ਸੈਂਟੀਮੀਟਰ ਕਿਊਬ ਆ ਜਾਊਗਾ। ਦੇਖੋ 15 15 225, 225 ਨਾਲ ਆਪਾਂ 2 ਨਾਲ ਗੁਣਾ ਕੀਤੀ, ਫਿਰ ਇਸ ਨੂੰ ਆਪਾਂ ਗੁਣਾ ਕਰਨੀ ਹੈ 11 ਨਾਲ, ਠੀਕ ਹੈ। ਤਾਂ ਇਹ ਆ ਜਾਊਗਾ, ਇੰਨਾ ਤਾਂ ਆਂਸਰ ਆ ਗਿਆ ਗੁਣਾ ਕਰਕੇ, ਬਾਕੀ ਇਹ ਜ਼ੀਰੋਜ਼ ਵੀ ਨਾਲ ਲਗਾਉਣੀਆਂ ਨੇ। ਕਲੀਅਰ ਹੋ ਗਈ ਗੁਣਾ, ਇੰਨੇ ਸੈਂਟੀਮੀਟਰ ਕਿਊਬ ਆ ਗਿਆ। ਹੁਣ ਆਪਾਂ ਕੱਢਣੀ ਹੈ ਇਹਦੀ ਕੁਆਂਟਿਟੀ ਇਨ ਲੀਟਰਸ, ਲੀਟਰਾਂ 'ਚ ਪਤਾ ਕਰਨ ਲਈ ਕਿਹਾ ਸੀ ਉਹਨੇ। ਤਾਂ ਜਦੋਂ ਬੇਟਾ ਸੈਂਟੀਮੀਟਰ ਕਿਊਬ ਨੂੰ ਲੀਟਰਸ ਦੇ ਵਿੱਚ ਚੇਂਜ ਕਰਨਾ ਹੈ ਤਾਂ ਆਪਾਂ ਇਸ ਨੂੰ ਡਿਵਾਈਡ ਕਰਾਂਗੇ ਬੇਟਾ 1000 ਨਾਲ, ਅਤੇ ਇਹ ਬਣ ਜਾਣਗੇ ਲੀਟਰ। 3 ਜ਼ੀਰੋਆਂ ਦੇ ਨਾਲ 3 ਜ਼ੀਰੋਆਂ ਕੈਂਸਲ ਹੋ ਗਈਆਂ, ਇਹਦੇ ਨਾਲ 2 ਜ਼ੀਰੋ ਆ ਗਈਆਂ। ਇੰਨੇ ਲੀਟਰ ਜਿਹੜਾ ਹੈ ਦੁੱਧ ਉਹਦੇ ਵਿੱਚ ਆ ਸਕਦਾ, ਠੀਕ ਹੈ ਜੀ। ਇਹ ਸਮਝ ਆ ਗਿਆ। ਨੈਕਸਟ ਕੁਐਸਚਨ ਕਰਦੇ ਹਾਂ। ਤਾਂ ਨੈਕਸਟ ਕੁਐਸਚਨ ਬੇਟਾ ਇੱਕ ਥਿਓਰੈਟੀਕਲ ਕੁਐਸਚਨ ਹੈ, ਮਤਲਬ ਇਹਦੇ ਵਿੱਚ ਕੋਈ ਰਕਮ ਨਹੀਂ ਦਿੱਤੀ ਹੋਈ। ਇਫ ਈਚ ਐਜ ਆਫ ਏ ਕਿਊਬ ਇਜ਼ ਡਬਲਡ, ਕਹਿੰਦੇ ਜੇ ਕਿਊਬ ਦਾ ਹਰੇਕ ਕਿਨਾਰਾ ਆਪਾਂ ਦੁੱਗਣਾ ਕਰ ਦਈਏ ਤਾਂ ਹਾਊ ਮੈਨੀ ਟਾਈਮਸ ਵਿਲ ਇਟਸ ਸਰਫੇਸ ਏਰੀਆ ਇਨਕਰੀਜ਼, ਤਾਂ ਉਹਦਾ ਜਿਹੜਾ ਸਤ੍ਹਾ ਦਾ ਖੇਤਰਫਲ ਹੈ ਉਹ ਕਿੰਨੇ ਗੁਣਾ ਵੱਧ ਜੂਗਾ। ਹਾਊ ਮੈਨੀ ਟਾਈਮਸ ਵਿਲ ਇਟਸ ਵੋਲਿਊਮ ਇਨਕਰੀਜ਼, ਅਤੇ ਉਹਦਾ ਆਇਤਨ ਕਿੰਨੇ ਗੁਣਾ ਵੱਧ ਜਾਏਗਾ। ਹਾਂਜੀ, ਤਾਂ ਇਹਦੇ ਵਿੱਚ ਆਪਾਂ ਕੀ ਕਰਨਾ ਹੈ, ਲੈਟ ਕਰ ਲੈਣਾ ਹੈ ਕਿ ਐਜ ਜਿਹੜਾ ਹੈਗਾ, ਠੀਕ ਹੈ, ਲੈਟ ਐਜ ਆਫ ਕਿਊਬ ਕਿੰਨਾ ਹੈ x ਸੈਂਟੀਮੀਟਰ। ਤਾਂ ਫਿਰ ਆਪਾਂ ਇਹਦਾ ਕੀ ਕੱਢਣਾ ਹੈ, ਸਰਫੇਸ ਏਰੀਆ, ਘਣ ਦੀ ਸਤ੍ਹਾ ਦਾ ਖੇਤਰਫਲ। ਇਹ ਆਪਾਂ ਕੀ ਮੰਨਿਆ, ਮੰਨੋ ਘਣ ਦਾ ਕਿਨਾਰਾ। ਸਤ੍ਹਾ ਦਾ ਖੇਤਰਫਲ ਕੀ ਹੁੰਦਾ ਬੇਟਾ, 4 ਗੁਣਾ ਭੁਜਾ ਦੀ ਸਕੇਅਰ, ਇੰਗਲਿਸ਼ 'ਚ ਇੱਥੇ ਏ ਸਕੇਅਰ ਲਿਖ ਲਿਓ, ਅਤੇ ਆ ਜਾਊਗਾ 4 ਗੁਣਾ x ਦਾ ਸਕੇਅਰ, ਇਕੱਠਾ ਲਿਖਾਂਗੇ ਤਾਂ 4x ਸਕੇਅਰ। ਹੁਣ ਵੋਲਿਊਮ ਕੱਢ ਲਓ ਇਹਦਾ, ਵੋਲਿਊਮ ਆਫ ਕਿਊਬ, ਘਣ ਦਾ ਆਇਤਨ। ਤਾਂ ਉਹ ਕੀ ਹੁੰਦਾ ਬੇਟਾ ਜੀ, ਜਿੰਨੀ ਸਾਈਡ ਹੈ ਉਹਦਾ ਕਿਊਬ, ਠੀਕ ਹੈ। ਤਾਂ ਇਹ ਕਿੰਨਾ ਆ ਜਾਊਗਾ x ਕਿਊਬ। ਹੁਣ ਕੀ ਕਰਨ ਨੂੰ ਕਿਹਾ ਸੀ ਉਹਨੇ, ਕਹਿੰਦੇ ਲੈਂਥ ਨੂੰ ਡਬਲ ਕਰ ਦਿਓ। ਵੈਨ ਲੈਂਥ ਆਫ ਐਜ ਆਫ ਕਿਊਬ ਇਜ਼ ਡਬਲਡ, ਜਦੋਂ ਘਣ ਦਾ ਕਿਨਾਰਾ ਦੁੱਗਣਾ ਕੀਤਾ ਜਾਂਦਾ, ਦੁੱਗਣਾ ਕਰਦੇ ਹਾਂ। ਤਾਂ ਹੁਣ ਆਪਣੇ ਕੋਲੇ ਫਿਰ ਕਿਨਾਰਾ ਕਿੰਨਾ ਬਣ ਗਿਆ, ਐਜ ਕਿੰਨਾ ਬਣ ਗਿਆ 2x, ਡਬਲ ਕਰਤਾ ਨਾ, ਪਹਿਲਾਂ ਕਿੰਨਾ ਸੀ x, ਹੁਣ ਕਿੰਨਾ ਕਰਤਾ 2x। ਹੁਣ ਫੇਰ ਸਰਫੇਸ ਏਰੀਆ ਕੱਢੋ, ਸਰਫੇਸ ਏਰੀਆ ਦਾ ਫਾਰਮੂਲਾ 4 ਗੁਣਾ ਭੁਜਾ ਦੀ ਸਕੇਅਰ, ਤਾਂ 4 ਗੁਣਾ ਭੁਜਾ ਕਿੰਨੀ ਹੈ 2x। ਹੁਣ ਜਦੋਂ ਬੇਟਾ 2x ਦੇ ਉੱਪਰ ਸਕੇਅਰ ਹੈ, ਹਾਂਜੀ, ਤਾਂ 2x ਨੂੰ ਇੱਥੇ ਆਪਾਂ 2 ਵਾਰ ਲਿਖਣਾ, ਗੁਣਾ ਕਰੋ 4 ਦੂਣੀ 8, 8 ਦੂਣੀ 16, ਚਲੋ 16 ਨਹੀਂ ਲਿਖਦੇ ਆਪਾਂ, 4 ਗੁਣਾ 4x ਦੀ ਸਕੇਅਰ। ਇੱਕ ਟ੍ਰਿਕ ਦੱਸਦੀ ਹਾਂ ਤੁਹਾਨੂੰ ਇੱਥੇ,
ਆਪਣਾ ਜਿਹੜਾ ਪਹਿਲਾ ਖੇਤਰਫਲ ਸੀ ਉਹ ਆਇਆ ਸੀ 4x² ਆਇਆ ਸੀ। ਚੈੱਕ ਕਰੀਏ 1 ਮਿੰਟ। ਹਾਂਜੀ, ਉਹ ਆਇਆ ਸੀ 4x²। ਹੁਣ ਆਪਾਂ ਕੰਪੇਅਰ ਕਰਨਾ ਵੀ ਇਹ ਕਿੰਨੇ ਗੁਣਾ ਵੱਧ ਗਿਆ। ਤਾਂ 4 ਕਾਮਨ ਹੈ, ਅੰਦਰ 4x² ਹੈ। ਇਹ ਤਾਂ ਪਹਿਲਾਂ ਵਾਲਾ ਹੀ ਹੈ ਸਰਫੇਸ ਏਰੀਆ, ਹੈ ਨਾ। ਤਾਂ ਇਹਦਾ ਮਤਲਬ ਕਿੰਨੇ ਗੁਣਾ ਵੱਧ ਗਿਆ? 4 ਗੁਣਾ। ਅਤੇ ਇੱਥੇ ਆਪਾਂ ਲਿਖਾਂਗੇ ਕਿ ਜਿਹੜਾ ਸਰਫੇਸ ਏਰੀਆ ਹੈ ਉਹ ਕਿੰਨੇ ਗੁਣਾ ਵੱਧ ਗਿਆ ਜੀ? 4 ਗੁਣਾ। ਵਿਲ ਇਨਕਰੀਜ਼ 4 ਟਾਈਮਸ। ਆਪਾਂ ਲਿਖਾਂਗੇ ਸਤ੍ਹਾ ਦਾ ਖੇਤਰਫਲ 4 ਗੁਣਾ ਵੱਧ ਗਿਆ। ਹੁਣ ਆਪਾਂ ਦੇਖਣਾ ਹੈ ਵੋਲਿਊਮ ਕਿੰਨਾ ਵੱਧ ਗਿਆ। ਵੋਲਿਊਮ ਕੱਢੋ ਨਵਾਂ, ਵੋਲਿਊਮ ਆਫ ਕਿਊਬ। ਇਹ ਹੋਊਗਾ ਆਪਣੇ ਕੋਲੇ ਭੁਜਾ ਦੀ 3, ਤਾਂ 2x ਦੀ 3 ਬਣ ਗਿਆ। ਤਾਂ ਇਹਦਾ ਮਤਲਬ 2x ਨੂੰ ਕਿੰਨੀ ਵਾਰ ਲਿਖ ਕੇ ਗੁਣਾ ਕਰਨਾ ਹੈ? 3 ਵਾਰ ਲਿਖ ਕੇ, ਠੀਕ ਹੈ। ਤਾਂ ਇਹ ਕਿੰਨਾ ਆ ਜਾਊਗਾ? 2 ਦੂਣੀ 4 ਦੂਣੀ 8x ਦੀ 3। ਤਾਂ ਤੁਸੀਂ ਦੇਖੋ x ਦੀ 3 ਤਾਂ ਪਹਿਲਾਂ ਵਾਲਾ ਵੋਲਿਊਮ ਹੀ ਸੀ, ਅਤੇ ਉਹ ਕਿੰਨੇ ਗੁਣਾ ਵੱਧ ਗਿਆ ਫਿਰ? 8 ਗੁਣਾ। ਤਾਂ ਇੱਥੇ ਆਪਾਂ ਲਿਖਾਂਗੇ ਵੋਲਿਊਮ ਇਨਕਰੀਜ਼ਿਜ਼ 8 ਟਾਈਮਸ। ਆਇਤਨ 8 ਗੁਣਾ ਵੱਧ ਗਿਆ। ਠੀਕ ਹੈ ਬੇਟਾ। ਦੇਖੋ ਇਹਦੇ ਵਿੱਚ ਆਪਾਂ ਨੂੰ ਕੋਈ ਰਕਮ ਨਹੀਂ ਸੀ ਦਿੱਤੀ ਹੋਈ, ਆਪਾਂ ਆਪਦੇ ਵੱਲੋਂ x ਭੁਜਾ ਲਿੱਤੀ ਹੈ, ਫਿਰ ਉਹਦੇ ਨਾਲ ਆਪਾਂ ਪਹਿਲਾਂ ਸਰਫੇਸ ਏਰੀਆ ਕੱਢਿਆ, ਵੋਲਿਊਮ ਕੱਢਿਆ, ਠੀਕ ਹੈ। ਫਿਰ ਉਸ ਦੀ ਭੁਜਾ ਨੂੰ ਆਪਾਂ ਕਰਤਾ ਡਬਲ ਕਰਕੇ ਆਪਾਂ ਨੇ ਫਿਰ ਸਰਫੇਸ ਏਰੀਆ ਕੱਢਿਆ, ਫਿਰ ਵੋਲਿਊਮ ਕੱਢਿਆ। ਤਾਂ ਪਹਿਲੇ ਵੋਲਿਊਮ ਨਾਲੋਂ ਜਿੰਨੇ ਗੁਣਾ ਉਹ ਵੱਧ ਗਿਆ ਉਨੇ ਗੁਣਾ ਆਪਾਂ ਆਨਸਰ ਦੇ ਵਿੱਚ ਲਿਖਤਾ। ਹੁਣ ਆਪਣਾ ਹੈ ਇਸ ਐਕਸਰਸਾਈਜ਼ ਦਾ ਲਾਸਟ ਕੁਐਸਚਨ।